ਗੁਰ ਕੀ ਮਤ ਜੀ ਆਈ ਕਾਰ। ਗੁਰੂ ਜੀ ਦੀ ਦਿੱਤੀ ਹੋਈ ਮਤ ਮੇਰੇ ਚਿੱਤ ਵਿੱਚ ਕਾਰੀ ਆ ਗਈ ਹੈ, ਭਾਵ ਲਾਭਬੰਦੀ ਹੋ ਗਈ ਹੈ ਜੀ। ਇਨ ਵਿਦ ਰਾਮ ਰਮਤ ਮਨ ਮਾਨਿਆ। ਪਰਮਾਤਮਾ ਜੀ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ ਸਿਮਰਨ ਵਿੱਚ ਇਸ ਤਰ੍ਹਾਂ ਗਿੱਜ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਜੀ। ਗਿਆਨ ਅੰਜਨ ਗੁਰ ਸ਼ਬਦ ਪਛਾਣਿਆ। ਰਹਾਉ, ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਮੈਂ ਉਹ ਆਤਮਿਕ ਸੁਰਮਾ ਲੱਭ ਲਿਆ ਹੈ ਜੋ ਪ੍ਰਮਾਤਮਾ ਜੀ ਨਾਲ ਡੂੰਘੀ ਸਾਂਝ ਪਾ ਦਿੰਦਾ ਹੈ ਜੀ। ਇੱਕ ਸੁੱਖ ਮਾਨਿਆ ਸਹਿਜ ਮਿਲਾਇਆ। ਹੁਣ ਮੇਰਾ ਮਨ ਮੰਨ ਗਿਆ ਹੈ ਕਿ ਇੱਕ ਆਤਮਿਕ ਸੁੱਖ ਸਭ ਸੁੱਖਾਂ ਤੋਂ ਸ੍ਰੇਸ਼ਟ ਸੁੱਖ ਹੈ ਅਤੇ ਇਸ ਸੁੱਖ ਨੇ ਮੈਨੂੰ ਸਹਿਜ ਅਵਸਥਾ ਵਿੱਚ ਮਿਲਾ ਦਿੱਤਾ ਹੈ ਜੀ। ਨਿਰਮਲ ਬਾਣੀ ਭਰਮ ਚੁਕਾਇਆ। ਪਰਮਾਤਮਾ ਜੀ ਦੀ ਸਿਫਤ ਸਲਾਹ ਵਾਲੀ ਪਵਿੱਤਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ ਜੀ। ਲਾਲ ਭਏ ਸੂਹਾ ਰੰਗ ਮਾਇਆ। ਸਿਮਰਨ ਦੀ ਬਰਕਤ ਨਾਲ ਨਾਮ ਵਿੱਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ ਪੱਕੇ ਰੰਗ ਵਾਲਾ ਲਾਲ ਹੋ ਗਿਆ ਹੈ। ਮਾਇਆ ਦਾ ਰੰਗ ਮੈਨੂੰ ਕੁਸੁੰਬੇ ਦੇ ਰੰਗ ਵਰਗਾ ਕੱਚਾ ਸੂਹਾ ਦਿਸ ਪਿਆ ਹੈ ਜੀ। ਨਦਰ ਭਈ ਬਿਖ ਠਾਕ ਰਹਾਇਆ। ਮੇਰੇ ਉੱਤੇ ਪਰਮਾਤਮਾ ਜੀ ਦੀ ਮਿਹਰ ਦੀ ਨਜ਼ਰ ਹੋਈ ਹੈ ਤੇ ਮਾਇਆ ਦੇ ਜ਼ਹਿਰ ਨੂੰ ਆਪਣੇ ਉੱਤੇ ਅਸਰ ਕਰਨੋਂ ਰੋਕ ਲਿਆ ਹੈ ਜੀ। ਉਲਟ ਭਈ ਜੀਵਤ ਮਰ ਜਾਗਿਆ। ਮੇਰੀ ਸੁਰਤ ਮਾਇਆ ਦੇ ਮੋਹ ਵੱਲੋਂ ਪਰਤ ਪਈ ਹੈ। ਦੁਨੀਆ ਦੀ ਕਿਰਤਕਾਰ ਕਰਦਿਆਂ ਹੀ ਮੇਰਾ ਮਨ ਮਾਇਆ ਵੱਲੋਂ ਮਰ ਗਿਆ ਹੈ। ਮੈਨੂੰ ਆਤਮਿਕ ਜਾਗ ਆ ਗਈ ਹੈ ਜੀ। ਸ਼ਬਦ ਰਵੇ ਮਨ ਹਰ ਸਿਉ ਲੱਗ ਗਿਆ। ਗੁਰੂ ਜੀ ਦੇ ਸ਼ਬਦ ਰਾਹੀਂ ਮੈਂ ਸਿਮਰਨ ਕਰ ਰਿਹਾ ਹਾਂ। ਮੇਰਾ ਮਨ ਪਰਮਾਤਮਾ ਜੀ ਨਾਲ ਪ੍ਰੀਤ ਪਾ ਚੁੱਕਾ ਹੈ ਜੀ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ। ਆਤਮਿਕ ਆਨੰਦ ਆਪਣੇ ਅੰਦਰ ਇਕੱਠਾ ਕਰਕੇ ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਦੂਰ ਕਰਕੇ ਸਦਾ ਲਈ ਤਿਆਗ ਦਿੱਤਾ ਹੈ ਜੀ। ਭਾਏ ਬਸੇ ਜਮ ਕਾ ਭਉ ਭਾਗਿਆ। ਪਰਮਾਤਮਾ ਜੀ ਦੇ ਪ੍ਰੇਮ ਵਿੱਚ ਟਿਕਣ ਕਰਕੇ ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ ਜੀ। ਸਾਧ ਰਹੇ ਬਾਦੰਗ ਅਹੰਕਾਰਾ। ਸਿਮਰਨ ਦੀ ਬਰਕਤ ਕਰਕੇ ਮੇਰੇ ਅੰਦਰੋਂ ਮਾਇਕ ਪਦਾਰਥਾਂ ਦੇ ਚਸਕੇ ਦੂਰ ਹੋ ਗਏ ਹਨ। ਮਨ ਵਿੱਚ ਨਿਤ ਹੋ ਰਿਹਾ ਮਾਇਆ ਵਾਲਾ ਝਗੜਾ ਮਿਟ ਗਿਆ ਹੈ। ਹੰਕਾਰ ਤੋਂ ਰਹਿ ਗਿਆ ਹੈ ਜੀ। ਚਿੱਤ ਹਰ ਸਿਉ ਰਾਤਾ ਹੁਕਮ ਅਪਾਰਾ। ਮੇਰਾ ਚਿੱਤ ਹੁਣ ਪਰਮਾਤਮਾ ਜੀ ਦੇ ਨਾਮ ਨਾਲ ਰੰਗਿਆ ਗਿਆ ਹੈ। ਮੈਂ ਹੁਣ ਉਸ ਬੇਅੰਤ ਪ੍ਰਭੂ ਜੀ ਦੀ ਰਜ਼ਾ ਵਿੱਚ ਟਿਕ ਗਿਆ ਹਾਂ ਜੀ। ਜਾਤ ਰਹੇ ਪਤ ਕੇ ਆਚਾਰਾ। ਜਾਤ ਵਰਨ ਅਤੇ ਲੋਕ ਲਾਜ ਦੀ ਖਾਤਰ ਕੀਤੇ ਜਾਣ ਵਾਲੇ ਧਰਮ ਕਰਮ ਬਸ ਹੋ ਗਏ ਹਨ ਜੀ। ਦ੍ਰਿਸ਼ਟ ਭਈ ਸੁਖ ਆਤਮ ਧਾਰਾ। ਮੇਰੇ ਉੱਤੇ ਪ੍ਰਭੂ ਜੀ ਦੀ ਮਿਹਰ ਦੀ ਨਿਗਾਹ ਹੋਈ ਹੈ। ਮੈਨੂੰ ਆਤਮਿਕ ਸੁੱਖ ਮਿਲ ਗਿਆ ਹੈ ਜੀ। ਤੁਝ ਬਿਨ ਕੋਏ ਨਾ ਦੇਖੋ ਮੀਤ। ਗੁਰੂ ਜੀ ਦੇ ਸ਼ਬਦ ਦੀ ਬਰਕਤ ਨਾਲ ਹੇ ਪ੍ਰਭੂ ਜੀ, ਮੈਨੂੰ ਤੇਥੋਂ ਬਿਨਾ ਕੋਈ ਹੋਰ ਪੱਕਾ ਮਿੱਤਰ ਨਹੀਂ ਦਿਸਦਾ ਜੀ। ਕਿਸ ਸੇਵੋਂ ਕਿਸ ਦੇਵੋਂ ਚੀਤ। ਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਿਮਰਦਾ। ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਟ ਕਰਦਾ ਜੀ। ਕਿਸ ਪੁੱਛੋਂ ਕਿਸ ਲਾਗੋਂ ਪਾਏ। ਮੈਂ ਕਿਸੇ ਹੋਰ ਤੋਂ ਸਲਾਹ ਨਹੀਂ ਪੁੱਛਦਾ। ਮੈਂ ਕਿਸੇ ਹੋਰ ਦੇ ਪੈਰੀ ਨਹੀਂ ਲੱਗਦਾ ਫਿਰਦਾ ਜੀ। ਕਿਸ ਉਪਦੇਸ਼ ਰਹਾਂ ਲਿਵ ਲਾਇ। ਮੈਂ ਕਿਸੇ ਹੋਰ ਦੇ ਉਪਦੇਸ਼ ਵਿੱਚ ਸੁਰਤ ਨਹੀਂ ਜੋੜਦਾ ਫਿਰਦਾ ਜੀ। ਗੁਰ ਸੇਵੀ ਗੁਰ ਲਾਗੋਂ ਪਾਏ। ਗੁਰੂ ਜੀ ਦੇ ਸ਼ਬਦ ਨੇ ਹੀ ਮੈਨੂੰ ਤੇਰੇ ਗਿਆਨ ਦਾ ਸੁਰਮਾ ਦਿੱਤਾ ਹੈ। ਇਸ ਵਾਸਤੇ ਮੈਂ ਗੁਰੂ ਦੀ ਹੀ ਸੇਵਾ ਕਰਦਾ ਹਾਂ। ਗੁਰੂ ਦੀ ਹੀ ਚਰਨੀ ਲੱਗਦਾ ਹਾਂ ਜੀ। ਭਗਤ ਕਰੀ ਰਾਚੋ ਹਰ ਨਾਏ। ਗੁਰੂ ਜੀ ਦੀ ਸਹਾਇਤਾ ਨਾਲ ਹੀ ਮੈਂ ਪਰਮਾਤਮਾ ਜੀ ਦੀ ਭਗਤੀ ਕਰਦਾ ਹਾਂ। ਹਰੀ ਦੇ ਨਾਮ ਵਿੱਚ ਟਿਕਦਾ ਹਾਂ ਜੀ। ਸਿੱਖਿਆ ਦੀਖਿਆ ਭੋਜਨ ਭਾਓ। ਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮਾ ਦਾ ਭੋਜਨ ਬਣਾਇਆ ਹੈ ਜੀ। ਹੁਕਮ ਸੰਜੋਗੀ ਨਿਜ ਘਰ ਜਾਉ। ਪ੍ਰਭੂ ਜੀ ਦੀ ਰਜ਼ਾ ਵਿੱਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ ਤੇ ਮੈਂ ਆਪਣੇ ਅਸਲ ਘਰ ਪ੍ਰਭੂ ਚਰਨਾਂ ਵਿੱਚ ਟਿਕਿਆ ਬੈਠਾ ਹਾਂ ਜੀ। ਗਰਭ ਗਤੰਗ ਸੁਖ ਆਤਮ ਧਿਆਨਾ। ਸਿਮਰਨ ਦੀ ਬਰਕਤ ਨਾਲ ਹੰਕਾਰ ਦੂਰ ਹੋ ਗਿਆ ਹੈ। ਆਤਮਿਕ ਆਨੰਦ ਵਿੱਚ ਮੇਰੀ ਸੁਰਤ ਟਿਕ ਗਈ ਹੈ ਜੀ। ਜੋਤ ਭਈ ਜੋਤੀ ਮਾਹੇ ਸਮਾਨਾ। ਮੇਰੇ ਆਤਮਿਕ ਚਾਨਣ ਹੋ ਗਿਆ ਹੈ। ਮੇਰੀ ਜਿੰਦ ਪ੍ਰਭੂ ਜੀ ਦੀ ਜੋਤ ਵਿੱਚ ਲੀਨ ਹੋ ਗਈ ਹੈ ਜੀ। ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ।
ਮੇਰੇ ਹਿਰਦੇ ਵਿੱਚ ਉਕਰਿਆ ਹੋਇਆ ਗੁਰਸ਼ਬਦ ਰੂਪ ਲੇਖ ਹੁਣ ਅਜਿਹਾ ਪ੍ਰਗਟ ਹੋ ਗਿਆ ਹੈ ਕਿ ਮਿਟ ਨਹੀਂ ਸਕਦਾ ਜੀ। ਕਰਤਾ ਕਰਨਾ ਕਰਤਾ ਜਾਣਾ, ਮੈਂ ਕਰਤੇ ਤੇ ਕਰਤੇ ਦੀ ਰਚਨਾ ਨੂੰ ਹੀ ਕਰਤਾਰ ਰੂਪ ਹੀ ਜਾਣ ਲਿਆ ਹੈ। ਮੈਂ ਕਰਤਾਰ ਨੂੰ ਹੀ ਸ੍ਰਿਸ਼ਟੀ ਦਾ ਰਚਨਹਾਰ ਜਾਣ ਲਿਆ ਹੈ ਜੀ। ਨਹਿ ਪੰਡਤ ਨਹਿ ਚਤੁਰ ਸਿਆਣਾ, ਮੈਂ ਕੋਈ ਪੰਡਤ ਨਹੀਂ ਹਾਂ, ਮੈਂ ਚਤੁਰ ਨਹੀਂ ਹਾਂ, ਮੈਂ ਸਿਆਣਾ ਨਹੀਂ ਹਾਂ। ਭਾਵ ਮੈਂ ਕਿਸੇ ਵਿਦਵਤਾ ਚਤੁਰਾਈ ਸਿਆਣਪ ਦਾ ਆਸਰਾ ਨਹੀਂ ਲਿਆ ਜੀ। ਨਹਿ ਭੂਲੋ ਨਹਿ ਭਰਮ ਭੁਲਾਣਾ, ਤਾਈਏ ਮੈਂ ਰਸਤੇ ਤੋਂ ਖੁੰਝਿਆ ਨਹੀਂ, ਭਟਕਣਾ ਵਿੱਚ ਪੈ ਕੇ ਕੁਰਾਹੇ ਨਹੀਂ ਪਿਆ ਜੀ। ਕਥੋ ਨਾ ਕਥਨੀ ਹੁਕਮ ਪਛਾਨਾ, ਮੈਂ ਕੁਝ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ ਜੀ। ਨਾਨਕ ਗੁਰਮਤ ਸਹਿਜ ਸਮਾਨਾ, ਇਹ ਨਾਨਕ ਮੈਂ ਤਾਂ ਸਤਿਗੁਰੂ ਜੀ ਦੀ ਮੱਤ ਲੈ ਕੇ ਪ੍ਰਮਾਤਮਾ ਜੀ ਦੇ ਹੁਕਮ ਨੂੰ ਪਛਾਣਿਆ ਹੈ। ਭਾਵ ਮੈਂ ਇਹ ਸਮਝਿਆ ਹੈ ਕਿ ਪ੍ਰਭੂ ਜੀ ਦੇ ਹੁਕਮ ਵਿੱਚ ਤੁਰਨਾ ਹੀ ਸਹੀ ਰਸਤਾ ਹੈ ਤੇ ਮੈਂ ਅਡੋਲ ਅਵਸਥਾ ਵਿੱਚ ਟਿਕ ਗਿਆ ਹਾਂ ਜੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਮਨ ਕੁੰਚਰ ਕਾਇਆ ਉਦਿਆਨੈ, ਇਸ ਸਰੀਰ ਜੰਗਲ ਵਿੱਚ ਮਨ ਹਾਥੀ ਸਮਾਨ ਹੈ ਜੀ। ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ, ਰਾਜ ਦੁਆਰੇ ਸ਼ੋਭ ਸੋ ਮਾਨੈ। ਜਿਸ ਮਨ ਹਾਥੀ ਦੇ ਸਿਰ ਉੱਤੇ ਗੁਰੂ ਕੰਡਾ ਹੋਵੇ ਅਤੇ ਸਦਾ ਥਿਰ ਪ੍ਰਭੂ ਜੀ ਦੀ ਸਿਫਤ ਸਲਾਹ ਦਾ ਸ਼ਬਦ ਨਿਸ਼ਾਨ ਝੁੱਲ ਰਿਹਾ ਹੋਵੇ, ਉਹ ਮਨ ਹਾਥੀ ਪ੍ਰਭੂ ਪਾਤਸ਼ਾਹ ਜੀ ਦੇ ਦਰ ਤੇ ਸ਼ੋਭਾ ਪਾਉਂਦਾ ਹੈ, ਉਹ ਆਦਰ ਪਾਉਂਦਾ ਹੈ ਜੀ। ਚਤੁਰਾਈ ਨਹਿ ਚੀਨਿਆ ਜਾਏ, ਚਤੁਰਾਈ ਦਿਖਾਲਣ ਨਾਲ ਉਹ ਪਛਾਣ ਨਹੀਂ ਹੁੰਦੀ ਕਿ ਚਤੁਰਾਈ ਦਿਖਾਲਣ ਵਾਲਾ ਮਨ ਕੀਮਤ ਪਾਉਣ ਦਾ ਹੱਕਦਾਰ ਹੋ ਗਿਆ ਹੈ ਜੀ। ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ, ਮਨ ਨੂੰ ਵਿਕਾਰਾਂ ਵੱਲੋਂ ਮਾਰਨ ਤੋਂ ਬਿਨਾਂ ਮਨ ਦੀ ਕਦਰ ਨਹੀਂ ਪੈ ਸਕਦੀ। ਭਾਵ ਉਹੀ ਮਨ ਆਦਰ ਸਤਿਕਾਰ ਦਾ ਹੱਕਦਾਰ ਹੁੰਦਾ ਹੈ ਜਿਹੜਾ ਬਸ ਵਿੱਚ ਆ ਜਾਂਦਾ ਹੈ ਜੀ। ਘਰ ਮੈਂ ਅੰਮ੍ਰਿਤ ਤਸਕਰ ਲਈ, ਮਨੁੱਖ ਦੇ ਹਿਰਦੇ ਘਰ ਵਿੱਚ ਨਾਮ ਅੰਮ੍ਰਿਤ ਮੌਜੂਦ ਹੈ, ਪਰ ਮੋਹ ਵਿੱਚ ਫਸਿਆ ਹੋਇਆ ਮਨ ਚੋਰ ਉਸ ਅੰਮ੍ਰਿਤ ਨੂੰ ਚੁਰਾਈ ਜਾਂਦਾ ਹੈ ਜੀ। ਨੰਨਾ ਕਾਰ ਨਾ ਕੋਏ ਕਰੇਈ, ਇਹ ਮਨ ਇੰਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾ ਨੁੱਕਰ ਨਹੀਂ ਕਰ ਸਕਦਾ ਜੀ। ਰਾਖੇ ਆਪ ਵਡਿਆਈ ਦੇਈ, ਪਰਮਾਤਮਾ ਜੀ ਆਪ ਜਿਸ ਦੇ ਅੰਦਰ ਵਸਦੇ ਅੰਮ੍ਰਿਤ ਦੀ ਰਾਖੀ ਕਰਦਾ ਹੈ ਉਸ ਨੂੰ ਵਡਿਆਈ ਬਖਸ਼ਦਾ ਹੈ ਜੀ। ਨੀਲ ਅਨੀਲ ਅਗਨ ਇੱਕ ਠਾਈ, ਇਸ ਮਨ ਵਿੱਚ ਤ੍ਰਿਸ਼ਨਾ ਦੀ ਬੇਅੰਤ ਅੱਗ ਇੱਕੋ ਥਾਂ ਤੇ ਪਈ ਹੈ ਜੀ। ਜਲ ਨਿਵਰੀ ਗੁਰ ਬੂਝ ਬੁਝਾਈ, ਜਿਸ ਨੂੰ ਗੁਰੂ ਜੀ ਨੇ ਤ੍ਰਿਸ਼ਨਾ ਅੱਗ ਤੋਂ ਬਚਾਉਣ ਦੀ ਸਮਝ ਬਖਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਜੀ ਦੇ ਨਾਮ ਜਲ ਨਾਲ ਬੁਝ ਜਾਂਦੀ ਹੈ ਜੀ। ਮਨ ਦੇ ਲਿਆ ਰਹੱਸ ਗੁਣ ਗਾਈ, ਪਰ ਜਿਸ ਨੇ ਵੀ ਨਾਮ ਜਲ ਲਿਆ ਹੈ, ਆਪਣਾ ਮਨ ਬੱਟੇ ਵਿੱਚ ਦੇ ਕੇ ਲਿਆ ਹੈ, ਉਹ ਫਿਰ ਚਾਉ ਨਾਲ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਦੇ ਗੁਣ ਗਾਉਂਦਾ ਹੈ ਜੀ। ਜੈਸਾ ਘਰ ਬਾਹਰ ਸੋ ਤੈਸਾ, ਜੇ ਮਨ ਹਾਥੀ ਦੇ ਸਿਰ ਤੇ ਗੁਰੂ ਕੁੰਡਾ ਨਹੀਂ ਹੈ ਤਾਂ ਜਿਹੋ ਜਿਹਾ ਅਮੋੜ ਇਹ ਗ੍ਰਸਤ ਵਿੱਚ ਰਹਿੰਦਿਆਂ ਹੈ, ਉਹੋ ਜਿਹਾ ਅਮੋੜ ਇਹ ਬਾਹਰ ਜੰਗਲਾਂ ਵਿੱਚ ਰਹਿੰਦਿਆਂ ਹੁੰਦਾ ਹੈ ਜੀ। ਬੈਸ ਗੁਫਾ ਮਹਿ ਆਖੋ ਕੈਸਾ, ਪਹਾੜ ਦੀ ਗੁਫਾ ਵਿੱਚ ਵੀ ਬੈਠ ਕੇ ਮੈਂ ਕੀ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ। ਗੁਫਾ ਵਿੱਚ ਟਿਕੇ ਰਿਹਾ ਵੀ ਇਹ ਮਨ ਅਮੋੜ ਹੀ ਰਹਿੰਦਾ ਹੈ ਜੀ। ਸਾਗਰ ਡੂੰਗਰ ਨਿਰਭਉ ਐਸਾ, ਸਮੁੰਦਰ ਵਿੱਚ ਬੜੇ ਤੀਰਥਾਂ ਵਿੱਚ ਚੁੱਭੀ ਲਾਏ, ਚਾਹੇ ਪਹਾੜ ਦੀ ਗੁਫਾ ਵਿੱਚ ਬੈਠੇ, ਇਹ ਇੱਕੋ ਜਿਹਾ ਨਿਡਰ ਰਹਿੰਦਾ ਹੈ ਜੀ। ਮੂਏ ਕਹੋ ਮਾਰੇ ਕੌਣ, ਪਰ ਜੇ ਇਹ ਮਨ ਹਾਥੀ ਗੁਰੂ ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵੱਲੋਂ ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ ਜੀ। ਨਿਡਰੇ ਕਉ ਕੈਸਾ ਡਰ ਕਵਨ, ਜੇ ਇਹ ਗੁਰੂ ਕੁੰਡੇ ਦੇ ਡਰ ਵਿੱਚ ਰਹਿ ਕੇ ਨਿਡਰ ਦਲੇਰ ਹੋ ਜਾਏ ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋ ਨਹੀਂ ਸਕਦਾ ਜੀ। ਸ਼ਬਦ ਪਛਾਣੈ ਤੀਨੇ ਭਉਣ, ਕਿਉਂਕਿ ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ ਇਸ ਦਾ ਰਾਖਾ ਪਰਮਾਤਮਾ ਜੀ ਤਿੰਨਾਂ ਹੀ ਭਵਨਾਂ ਵਿੱਚ ਹਰ ਥਾਂ ਵਸਦਾ ਹੈ ਜੀ। ਜਿਨ ਕਹਿਆ ਤਿਨ ਕਹਿਨ ਬਖਾਨਿਆ, ਜਿਸ ਮਨੁੱਖ ਨੇ ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ ਕਹਿ ਦਿੱਤਾ ਕਿ ਪਰਮਾਤਮਾ ਜੀ ਤਿੰਨਾਂ ਭਵਨਾਂ ਵਿੱਚ ਹਰ ਥਾਂ ਮੌਜੂਦ ਹੈ, ਉਸਨੇ ਜਵਾਨੀ ਹੀ ਆਖ ਦਿੱਤਾ, ਉਸ ਦਾ ਮਨ ਹਾਥੀ ਅਜੇ ਵੀ ਅਮੋੜ ਹੈ ਜੀ।
ਜਿਨ ਬੂਝਿਆ ਤਿਨ ਸਹਿਜ ਪਛਾਣਿਆ। ਜਿਸ ਨੇ ਗੁਰੂ ਅੰਕਸ ਦੇ ਅਧੀਨ ਰਹਿ ਕੇ ਇਹ ਭੇਤ ਸਮਝ ਲਿਆ ਹੈ, ਉਸ ਨੇ ਅਡੋਲ ਆਤਮਿਕ ਅਵਸਥਾ ਵਿੱਚ ਟਿਕ ਕੇ ਉਸ ਤਿੰਨਾਂ ਭਵਨਾਂ ਵਿੱਚ ਵਸਦੇ ਨੂੰ ਪਛਾਣ ਵੀ ਲਿਆ ਹੈ ਜੀ। ਦੇਖ ਵਿਚਾਰ ਮੇਰਾ ਮਨ ਮਾਨਿਆ। ਹਰ ਥਾਂ ਪ੍ਰਭੂ ਜੀ ਦਾ ਦਰਸ਼ਨ ਕਰਕੇ, ਪ੍ਰਭੂ ਜੀ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ ਮੇਰਾ ਮੇਰਾ ਆਖਣ ਵਾਲਾ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਗਿੱਝ ਜਾਂਦਾ ਹੈ ਜੀ। ਕੀਰਤ ਸੂਰਤ ਮੁਕਤ ਇੱਕ ਨਾਈ। ਜਿਸ ਹਿਰਦੇ ਵਿੱਚ ਇੱਕ ਪਰਮਾਤਮਾ ਜੀ ਦੀ ਸਿਫਤ ਸਲਾਹ ਹੈ, ਉੱਥੇ ਸ਼ੋਭਾ ਹੈ, ਉੱਥੇ ਸੁਤੰਤਰਤਾ ਹੈ, ਉੱਥੇ ਵਿਕਾਰਾਂ ਤੋਂ ਖਲਾਸੀ ਹੈ ਜੀ। ਤਹੀਂ ਨਿਰੰਜਨ ਰਿਹਾ ਸਮਾਈ। ਉੱਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਜੀ ਹਰ ਵੇਲੇ ਮੌਜੂਦ ਹੈ ਜੀ। ਨਿਜ ਕਰ ਵਿਆਪ ਰਿਹਾ ਨਿਜ ਠਾਈ। ਉਹ ਹਿਰਦਾ ਪਰਮਾਤਮਾ ਜੀ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ ਥਾਂ ਬਣ ਗਿਆ। ਉਸ ਆਪਣੇ ਘਰ ਵਿੱਚ, ਉਸ ਆਪਣੇ ਨਿਵਾਸ ਥਾਂ ਵਿੱਚ ਪਰਮਾਤਮਾ ਜੀ ਹਰ ਵੇਲੇ ਮੌਜੂਦ ਹੈ ਜੀ। ਉਸਤਤ ਕਰਹਿ ਕੀਤੇ ਮੁਨ ਪ੍ਰੀਤ। ਅਨੇਕਾਂ ਹੀ ਮੁਨੀ ਲੋਕ ਮਨ ਹਾਥੀ ਨੂੰ ਗੁਰੂ ਕੁੰਡੇ ਦੇ ਅਧੀਨ ਕਰਕੇ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਦੇ ਹਨ ਜੀ। ਤਨ ਮਨ ਸੂਚੈ ਸਾਚ ਸੋਚੀਤ। ਪਵਿੱਤਰ ਸਰੀਰ ਨਾਲ, ਪਵਿੱਤਰ ਮਨ ਨਾਲ ਪਿਆਰ ਵਿੱਚ ਜੁੜ ਕੇ ਉਹ ਪਰਮਾਤਮਾ ਜੀ ਦੀ ਸਿਫਤ ਕਰਦੇ ਹਨ ਜੀ। ਨਾਨਕ ਹਰ ਭਜ ਨੀਤਾ ਨੀਤ। ਹੇ ਨਾਨਕ, ਤੂੰ ਵੀ ਇਸੇ ਤਰ੍ਹਾਂ ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ ਜੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਗੌੜੀ ਗੁਆਰੇਰੀ ਮਹੱਲੇ ਪਹਿਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਨਾ ਮਨ ਮਰੈ ਨਾ ਕਾਰਜ ਹੋਏ। ਉਤਨਾ ਚਿਰ ਮਨ ਤ੍ਰਿਸ਼ਨਾ ਵੱਲੋਂ ਮਰਦਾ ਨਹੀਂ ਤੇ ਉਤਨਾ ਚਿਰ ਪਰਮਾਤਮਾ ਨਾਲ ਇੱਕ ਰੂਪ ਹੋਣ ਦਾ ਜਨਮ ਮਨੋਰਥ ਵੀ ਸਿਰੇ ਨਹੀਂ ਚੜ੍ਹਦਾ ਜੀ। ਮਨ ਵਸ ਦੂਤਾਂ ਦੁਰਮਤ ਦੋਏ। ਜਿਤਨਾ ਚਿਰ ਮਨੁੱਖ ਦਾ ਮਨ ਕਾਮਾਦਾਇਕ ਵਿਕਾਰਾਂ ਦੇ ਵਸ ਵਿੱਚ ਹੈ, ਕੁਝ ਹੀ ਮਤ ਦੇ ਅਧੀਨ ਹੈ ਅਤੇ ਮੇਰ ਤੇਰ ਦੇ ਕਾਬੂ ਵਿੱਚ ਹੈ ਜੀ। ਮਨ ਮਾਨੈ ਗੁਰ ਤੇ ਇੱਕ ਹੋਏ। ਜਦੋਂ ਗੁਰੂ ਜੀ ਤੋਂ ਸਿੱਖਿਆ ਲੈ ਕੇ ਮਨੁੱਖ ਦਾ ਮਨ ਸਿਫਤ ਸਲਾਹ ਵਿੱਚ ਗਿੱਝ ਜਾਂਦਾ ਹੈ, ਤਦੋਂ ਉਹ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ ਜੀ। ਨਿਰਗੁਣ ਰਾਮ ਗੁਣਾਂ ਬਸ ਹੋਏ। ਪਰਮਾਤਮਾ ਮਾਇਆ ਦੇ 3 ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦੇ ਬਸ ਵਿੱਚ ਹੈ। ਭਾਵ ਜੋ ਮਨੁੱਖ ਉੱਚੇ ਆਤਮਿਕ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਪਰਮਾਤਮਾ ਜੀ ਉਸ ਨਾਲ ਪਿਆਰ ਕਰਦਾ ਹੈ ਜੀ। ਆਪ ਨਿਵਾਰ ਵਿਚਾਰੇ ਸੋਏ ਰਹਾਓ। ਜਿਹੜਾ ਮਨੁੱਖ ਆਪਾ ਭਾਵ ਦੂਰ ਕਰ ਲੈਂਦਾ ਹੈ, ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਜੀ। ਮਨ ਭੂਲੋ ਬਹੁ ਚਿਤੇ ਵਿਕਾਰ। ਮਾਇਆ ਬਸ ਹੋ ਕੇ ਜਿਤਨਾ ਚਿਰ ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ ਜੀ। ਮਨ ਭੂਲੋ ਸਿਰ ਆਵੈ ਭਾਰ। ਜਿਤਨਾ ਚਿਰ ਮਨ ਕੁਰਾਹੇ ਪਿਆ ਰਹਿੰਦਾ ਹੈ, ਮਨੁੱਖ ਦੇ ਸਿਰ ਉੱਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ ਜੀ। ਮਨ ਮਾਨੈ ਹਰ ਏਕੰਕਾਰ। ਪਰ ਜਦੋਂ ਗੁਰੂ ਤੋਂ ਸਿੱਖਿਆ ਲੈ ਕੇ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ ਸੁਰ ਹੋ ਜਾਂਦਾ ਹੈ ਜੀ। ਮਨ ਭੂਲੋ ਮਾਇਆ ਕਰ ਜਾਏ। ਮਾਇਆ ਦੇ ਅਸਰ ਹੇਠ ਆ ਕੇ ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿੱਚ ਮੁੜ ਮੁੜ ਜਾਂਦਾ ਹੈ ਜੀ। ਕਾਮ ਵਿਰੋਧੋ ਰਹੇ ਨਾ ਠਾਏ। ਕਾਮ ਵਾਸ਼ਨਾ ਵਿੱਚ ਫਸਿਆ ਹੋਇਆ ਮਨ ਟਿਕਾਣੇ ਸਿਰ ਨਹੀਂ ਰਹਿੰਦਾ ਜੀ। ਹਰ ਭਜ ਪ੍ਰਾਣੀ ਰਸਨ ਰਸਾਏ। ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਹੇ ਪ੍ਰਾਣੀ, ਆਪਣੀ ਜੀਵ ਨੂੰ ਅੰਮ੍ਰਿਤ ਰਸ ਵਿੱਚ ਰਸਾ ਕੇ ਪਰਮਾਤਮਾ ਦਾ ਭਜਨ ਕਰ ਜੀ। ਗੈਬਰ ਹੈਬਰ ਕੰਚਨ ਸੁਤ ਨਾਰੀ। ਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤਰੀ, ਇਹਨਾਂ ਦਾ ਮੋਹ ਜੂਏ ਦੀ ਖੇਡ ਹੈ ਜੀ। ਬਹੁਤ ਚਿੰਤਾ ਪਿੜ ਚਾਲੈ ਹਾਰੀ। ਪੁੱਤਰ ਇਸਤਰੀ ਆਦਿਕ ਦੇ ਮੋਹ ਦੇ ਕਾਰਨ ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ ਤੇ ਆਖਰ ਇਸ ਜਗਤ ਅਖਾੜੇ ਤੋਂ ਮਨੁੱਖ ਬਾਜੀ ਹਾਰ ਕੇ ਜਾਂਦਾ ਹੈ ਜੀ। ਜੂਏ ਖੇਲਣ ਕਾਚੀ ਸਾਰੀ। ਜਿਵੇਂ ਜੂਏ ਦੀ ਖੇਡ ਚੌਪੜ ਦੀਆਂ ਕੱਚੀਆਂ ਨਰਦਾਂ ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ ਜੀ। ਸੰਪੋ ਸੰਚੀ ਭੈ ਵਿਕਾਰ। ਜਿਉਂ-ਜਿਉਂ ਮਨੁੱਖ ਧਨ ਜੋੜਦਾ ਹੈ, ਮਨ ਵਿੱਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ ਜੀ। ਹਰਖ ਸ਼ੋਕ ਉਭੈ ਦਰਬਾਰ। ਕਦੇ ਖੁਸ਼ੀ ਕਦੇ ਚਿੰਤਾ, ਇਹ ਖੁਸ਼ੀ ਤੇ ਸਹਿਮ ਸਦਾ ਮਨੁੱਖ ਦੇ ਬੂਹੇ ਉੱਤੇ ਖਲੋਤੇ ਹੀ ਰਹਿੰਦੇ ਹਨ ਜੀ। ਸੁਖ ਸਹਿਜੇ ਜਪ ਹਿਰਦੇ ਮੁਰਾਰ। ਪਰ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ
ਤੇ ਆਤਮਿਕ ਆਨੰਦ ਮਾਣਦਾ ਹੈ ਜੀ। ਨਦਰ ਕਰੇ ਤਾਂ ਮੇਲ ਮਿਲਾਏ। ਪਰ ਜੀਵ ਦੇ ਕੀ ਬਸ, ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਗੁਰੂ ਇਸ ਨੂੰ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਭੂ ਚਰਨਾਂ ਵਿੱਚ ਮਿਲਾ ਲੈਂਦਾ ਹੈ ਜੀ। ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ। ਗੁਰੂ ਦੇ ਸਨਮੁਖ ਹੋ ਕੇ ਜੀਵ ਆਤਮਿਕ ਗੁਣ ਆਪਣੇ ਅੰਦਰ ਇਕੱਠੇ ਕਰਕੇ ਗੁਰ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਔਗਣ ਸਾੜ ਦਿੰਦਾ ਹੈ ਜੀ। ਗੁਰਮੁਖ ਨਾਮ ਪਦਾਰਥ ਪਾਏ। ਗੁਰੂ ਜੀ ਦੇ ਸਨਮੁਖ ਹੋ ਕੇ ਮਨੁੱਖ ਨਾਮ ਧਨ ਲੱਭ ਲੈਂਦਾ ਹੈ ਜੀ। ਬਿਨ ਨਾਵੈ ਸਭ ਦੁਖ ਨਿਵਾਸ। ਪ੍ਰਭੂ ਜੀ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਮਨੁੱਖ ਦੇ ਮਨ ਵਿੱਚ ਸਾਰੇ ਦੁੱਖ ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ ਜੀ। ਮਨਮੁਖ ਮੂੜ ਮਾਇਆ ਚਿਤਵਾਸ। ਮੂਰਖ ਮਨਮੁਖ ਦੇ ਚਿੱਤ ਦਾ ਵਾਸਾ ਮਾਇਆ ਦੇ ਮੋਹ ਵਿੱਚ ਹੀ ਰਹਿੰਦਾ ਹੈ ਜੀ। ਗੁਰਮੁਖ ਗਿਆਨ ਧੁਰ ਕਰਮ ਲਿਖਿਆਸ। ਧੁਰੋਂ ਪ੍ਰਮਾਤਮਾ ਜੀ ਦੀ ਮਿਹਰ ਨਾਲ ਜਿਸ ਦੇ ਮੱਥੇ ਉੱਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਉਗੜਦਾ ਹੈ, ਉਹ ਮਨੁੱਖ ਗੁਰੂ ਜੀ ਦੇ ਸਨਮੁਖ ਹੋ ਕੇ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਜੀ। ਮਨ ਚੰਚਲ ਧਾਵਤ ਫੁਨ ਧਾਵੈ। ਆਤਮਿਕ ਗੁਣਾਂ ਤੋਂ ਸਖਣਾ ਮਨ ਚੰਚਲ ਰਹਿੰਦਾ ਹੈ, ਮਾਇਆ ਦੇ ਪਿੱਛੇ ਦੌੜਦਾ ਹੈ, ਮੁੜ ਮੁੜ ਦੌੜਦਾ ਹੈ ਜੀ। ਸਾਚੇ ਸੂਚੇ ਮੈਲ ਨਾ ਭਾਵੈ। ਸਦਾ ਸਥਿਰ ਰਹਿਣ ਵਾਲੇ ਤੇ ਵਿਕਾਰਾਂ ਦੀ ਫਿੱਟ ਤੋਂ ਸੁੱਚੇ ਪਰਮਾਤਮਾ ਨੂੰ ਮਨੁੱਖ ਦੇ ਮਨ ਦੀ ਇਹ ਮੈਲ ਚੰਗੀ ਨਹੀਂ ਲੱਗਦੀ, ਇਸ ਵਾਸਤੇ ਪਰਮਾਤਮਾ ਤੋਂ ਵਿਛੜਾ ਰਹਿੰਦਾ ਹੈ ਜੀ। ਨਾਨਕ ਗੁਰਮੁਖ ਹਰ ਗੁਣ ਗਾਵੈ। ਇਹ ਨਾਨਕ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸ ਦਾ ਜਨਮ ਮਨੋਰਥ ਸਿਰੇ ਚੜ੍ਹ ਜਾਂਦਾ ਹੈ ਜੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਗੌੜੀ ਗੁਆਰੇਰੀ ਮਹੱਲੇ ਪਹਿਲੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਹਉ ਮੈਂ ਕਰਤਿਆਂ ਨਹਿ ਸੁਖ ਹੋਏ। ਆਪਣੇ ਮਨ ਦੀ ਅਗਵਾਹੀ ਵਿੱਚ ਰਹਿ ਕੇ ਹਰ ਵੇਲੇ ਆਪਣੇ ਹੀ ਬੜੱਪਣ ਦੇ ਸੁੱਖ ਦੀਆਂ ਗੱਲਾਂ ਕਰਦਿਆਂ ਸੁੱਖ ਨਹੀਂ ਮਿਲ ਸਕਦਾ ਜੀ। ਮਨਮਤ ਝੂਠੀ ਸੱਚਾ ਸੋਏ। ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿੱਚ ਜੋੜਦੀ ਹੈ। ਉਹ ਪਰਮਾਤਮਾ ਜੀ ਸਦਾ ਸਥਿਰ ਰਹਿਣ ਵਾਲਾ ਹੈ ਤੇ ਸੁੱਖਾਂ ਦਾ ਸੋਮਾ ਹੈ। ਮਨ ਮਤ ਤੇ ਪਰਮਾਤਮਾ ਜੀ ਦਾ ਸੁਭਾਅ ਵੱਖ-ਵੱਖ ਹੈ, ਦੋਹਾਂ ਦਾ ਮੇਲ ਨਹੀਂ ਹੈ ਜੀ। ਸਗਲ ਬਿਗੂਤੇ ਭਾਵੇਂ ਦੋਏ। ਸੁੱਖ ਕਿੱਥੋਂ ਆਵੇ? ਜਿਨ੍ਹਾਂ ਨੂੰ ਨਾਮ ਵਿਸਾਰ ਕੇ ਮੇਰ ਤੇਰ ਚੰਗੀ ਲੱਗਦੀ ਹੈ ਉਹ ਸਾਰੇ ਖੁਆਰ ਹੀ ਹੁੰਦੇ ਹਨ ਜੀ। ਸੋ ਕਮਾਵੈ ਤੁਰ ਲਿਖਿਆ ਹੋਏ। ਪਰ ਜੀਵ ਦੇ ਕੀ ਬਸ, ਕੀਤੇ ਕਰਮ ਅਨੁਸਾਰ ਜੀਵ ਦੇ ਮੱਥੇ ਉੱਤੇ ਜੋ ਤੁਰੋਂ ਲੇਖ ਲਿਖਿਆ ਹੁੰਦਾ ਹੈ ਉਸੇ ਦੇ ਅਨੁਸਾਰ ਇੱਥੇ ਕਮਾਈ ਕਰਦਾ ਹੈ। ਨਾਮ ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿੱਚੋਂ ਸੁੱਖ ਭਾਲਣ ਦੇ ਵਿਅਰਥ ਯਤਨ ਕਰਦਾ ਹੈ ਜੀ। ਐਸਾ ਜਗ ਦੇਖਿਆ ਜੁਆਰੀ। ਮੈਂ ਦੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ ਜੀ। ਸਭ ਸੁੱਖ ਮੰਗੈ ਨਾਮ ਵਿਸਾਰੀ। ਰਹਾਉ ਅਜਿਹੀ ਖੇਡ ਖੇਡਦਾ ਹੈ ਕਿ ਸੁੱਖ ਤਾਂ ਸਾਰੇ ਹੀ ਮੰਗਦਾ ਹੈ, ਪਰ ਜਿਸ ਨਾਮ ਤੋਂ ਸੁੱਖ ਮਿਲਦੇ ਹਨ ਉਸ ਨਾਮ ਨੂੰ ਵਿਸਾਰ ਰਿਹਾ ਹੈ ਜੀ। ਅਦਿਸ਼ਟ ਦਿਸੈ ਤਾਂ ਕਹਿਆ ਜਾਏ। ਪਰਮਾਤਮਾ ਜੀ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਜੇ ਅੱਖੀਂ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ ਤੇ ਉਸ ਦਾ ਨਾਮ ਲੈਣ ਨੂੰ ਚਿੱਤ ਕਰੇ ਜੀ। ਬਿਨ ਦੇਖੇ ਕਹਿਣਾ ਬਿਰਥਾ ਜਾਏ। ਅੱਖੀਂ ਦਿਸਣ ਤੋਂ ਬਿਨਾਂ ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ ਉਸ ਦਾ ਨਾਮ ਲਿਆ ਨਹੀਂ ਜਾ ਸਕਦਾ। ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਨਾਲ ਜੀ। ਗੁਰਮੁਖ ਦੀਸੇ ਸਹਿਜ ਸੁਭਾਏ। ਗੁਰੂ ਜੀ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਵਿੱਚ ਟਿਕਦਾ ਹੈ, ਪ੍ਰਭੂ ਜੀ ਦੇ ਪ੍ਰੇਮ ਵਿੱਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ ਆਤਮੇ ਉਹ ਪ੍ਰਭੂ ਜੀ ਦਿਸ ਪੈਂਦਾ ਹੈ ਜੀ। ਸੇਵਾ ਸੁਰਤ ਏਕ ਲਿਵ ਲਾਏ। ਗੁਰੂ ਜੀ ਦੇ ਸਨਮੁਖ ਮਨੁੱਖ ਦੀ ਸੁਰਤ ਗੁਰੂ ਜੀ ਦੀ ਦੱਸੀ ਸੇਵਾ ਵਿੱਚ ਜੁੜਦੀ ਹੈ। ਉਸ ਦੀ ਲਿਵ ਇੱਕ ਪਰਮਾਤਮਾ ਜੀ ਵਿੱਚ ਲੱਗਦੀ ਹੈ ਜੀ। ਸੁਖ ਮੰਗਤ ਦੁੱਖ ਆਗਲ ਹੋਏ। ਪ੍ਰਭੂ ਜੀ ਦਾ ਨਾਮ ਵਿਸਾਰ ਕੇ ਸੁੱਖ ਮੰਗਿਆਂ ਸਗੋਂ ਬਹੁਤਾ ਦੁੱਖ ਵੱਧਦਾ ਹੈ ਜੀ। ਸਗਲ ਬਿਕਾਰੀ ਹਾਰ ਪਰੋਏ। ਕਿਉਂਕਿ ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈਂਦਾ ਹੈ ਜੀ। ਏਕ ਬਿਨਾ
ਝੂਠੇ ਮੁਕਤ ਨਾ ਹੋਏ। ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਨੂੰ ਪ੍ਰਮਾਤਮਾ ਜੀ ਦੇ ਨਾਮ ਤੋਂ ਬਿਨਾਂ ਦੁੱਖਾਂ ਤੇ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਹੁੰਦੀ ਜੀ। ਕਰ ਕਰ ਕਰਤਾ ਦੇਖੈ ਸੋਏ। ਪ੍ਰਭੂ ਜੀ ਦੀ ਇਉਂ ਹੀ ਰਜਾ ਹੈ। ਉਹ ਕਰਤਾਰ ਜੀ ਆਪ ਹੀ ਸਭ ਕੁਝ ਕਰਕੇ ਆਪ ਹੀ ਇਸ ਖੇਡ ਨੂੰ ਦੇਖ ਰਿਹਾ ਹੈ ਜੀ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ। ਜਿਹੜਾ ਮਨੁੱਖ ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਉਂਦਾ ਹੈ ਜੀ। ਦੂਜਾ ਭਰਮ ਸਹਿਜ ਸੁਭਾਏ। ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਜੀ ਦੇ ਪ੍ਰੇਮ ਵਿੱਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵੱਲ ਦੀ ਭਟਕਣਾ ਮੁੱਕ ਜਾਂਦੀ ਹੈ ਜੀ। ਗੁਰਮਤੀ ਨਾਮ ਰਿੱਧੇ ਵਸਾਏ। ਗੁਰੂ ਜੀ ਦੀ ਸਿੱਖਿਆ ਉੱਤੇ ਤੁਰ ਕੇ ਉਹ ਪਰਮਾਤਮਾ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜੀ। ਸਾਚੀ ਬਾਣੀ ਹਰ ਗੁਣ ਗਾਏ। ਪ੍ਰਭੂ ਜੀ ਦੀ ਸਿਫਤ ਸਲਾਹ ਦੀ ਬਾਣੀ ਦੀ ਰਾਹੀਂ ਉਹ ਪਰਮਾਤਮਾ ਜੀ ਦੇ ਗੁਣ ਗਾਉਂਦਾ ਹੈ ਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜੀ। ਤਨ ਮਹਿ ਸਾਚੋ ਗੁਰਮੁਖ ਭਾਓ। ਉਂਝ ਤਾਂ ਹਰੇਕ ਸਰੀਰ ਵਿੱਚ ਸਦਾ ਥਿਰ ਪ੍ਰਭੂ ਜੀ ਵਸਦਾ ਹੈ, ਪਰ ਗੁਰੂ ਜੀ ਦੀ ਸ਼ਰਨ ਪਿਆਂ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ ਤੇ ਮਨੁੱਖ ਨਾਮ ਸਿਮਰਦਾ ਹੈ ਜੀ। ਨਾਮ ਬਿਨਾ ਨਾਹੀ ਨਿਜ ਠਾਉ। ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉੱਤੇ ਆ ਹੀ ਨਹੀਂ ਸਕਦਾ ਜੀ। ਪ੍ਰੇਮ ਪਰਾਇਣ ਪ੍ਰੀਤਮ ਰਾਓ। ਪ੍ਰੀਤਮ ਪ੍ਰਭੂ ਜੀ ਪ੍ਰੇਮ ਦੇ ਅਧੀਨ ਹੈ। ਜਿਹੜਾ ਉਸ ਨਾਲ ਪ੍ਰੇਮ ਕਰਦਾ ਹੈ ਜੀ। ਨਦਰ ਕਰੇ ਤਾਂ ਬੂਝੈ ਨਾਉ। ਪ੍ਰਭੂ ਜੀ ਉਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਸ ਦੇ ਨਾਮ ਦੀ ਕਦਰ ਸਮਝਦਾ ਹੈ ਜੀ। ਮਾਇਆ ਮੋਹ ਸਰਬ ਜੰਜਾਲਾ। ਮਾਇਆ ਦਾ ਮੋਹ ਸਾਰੇ ਮਾਇਕ ਬੰਧਨ ਪੈਦਾ ਕਰਦਾ ਹੈ ਜੀ। ਮਨਮੁਖ ਕੁਚੀਲ ਕੁਛਿਤ ਬਿਕਰਾਲਾ। ਇਸੇ ਕਰਕੇ ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ ਜੀ। ਸਤਿਗੁਰ ਸੇਵੈ ਚੁਕੈ ਜੰਜਾਲਾ। ਜਿਹੜਾ ਮਨੁੱਖ ਗੁਰੂ ਜੀ ਦਾ ਦੱਸਿਆ ਰਸਤਾ ਫੜਦਾ ਹੈ ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ ਜੀ। ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ ਤੇ ਸਦਾ ਹੀ ਆਤਮਿਕ ਆਨੰਦ ਆਪਣੇ ਅੰਦਰ ਮਾਣਦਾ ਹੈ ਜੀ। ਗੁਰਮੁਖ ਬੂਝੇ ਏਕ ਲਿਵ ਲਾਏ। ਗੁਰੂ ਜੀ ਦੇ ਸਨਮੁਖ ਰਹਿਣ ਵਾਲਾ ਮਨੁੱਖ ਨਾਮ ਦੀ ਕਦਰ ਸਮਝਦਾ ਹੈ, ਇੱਕ ਪ੍ਰਮਾਤਮਾ ਜੀ ਵਿੱਚ ਸੁਰਤ ਜੋੜਦਾ ਹੈ ਜੀ। ਨਿਜ ਕਰ ਵਾਸੈ ਸਾਚ ਸਮਾਏ। ਆਪਣੇ ਸਵੈ ਸਰੂਪ ਵਿੱਚ ਟਿਕਿਆ ਰਹਿੰਦਾ ਹੈ, ਸਦਾ ਥਿਰ ਪ੍ਰਭੂ ਜੀ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਜੀ। ਜੰਮਣ ਮਰਣਾ ਠਾਕ ਰਹਾਏ। ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ ਜੀ। ਪੂਰੇ ਗੁਰ ਤੇ ਇਹ ਮਤ ਪਾਏ। ਪਰ ਇਹ ਅਕਲ ਉਹ ਪੂਰੇ ਗੁਰੂ ਜੀ ਤੋਂ ਹੀ ਪ੍ਰਾਪਤ ਕਰਦਾ ਹੈ ਜੀ। ਕਥਨੀ ਕਥੋ ਨਾ ਆਵੈ ਔਰ। ਜਿਸ ਪਰਮਾਤਮਾ ਜੀ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਉਂਦਾ ਹਾਂ ਜੀ।